ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਮਾਝ ਮਹੱਲਾ ਤੀਜਾ। ਇੱਕੋ ਆਪ ਫਿਰੇ ਪਰਛੰਨਾ, ਗੁਰਮੁਖ ਵੇਖਾ ਤਾ ਇਹ ਮਨ ਭਿੰਨਾ। ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ, ਏਕੋ ਮਨ ਵਸਾਵਣੀਆ। ਹਉ ਵਾਰੀ ਜਿਉ ਵਾਰੀ ਇਕ ਸਿਉ ਚਿਤ ਲਾਵਣੀਆ। ਗੁਰਮਤੀ ਮਨ ਇਕਿਤ ਘਰ ਆਇਆ, ਸੱਚੇ ਰੰਗ ਰੰਗਾਵਣੀਆ। ਰਹਾਉ ਇਹ ਜਗ ਭੂਲਾ ਤੈ ਆਪ ਭੁਲਾਇਆ, ਇੱਕ ਵਿਸਾਰ ਦੂਜੇ ਲਉ ਬਾਇਆ। ਅਨੰਦਨ ਸਦਾ ਫਿਰੇ ਭ੍ਰਮ ਭੂਲਾ, ਬਿਨ ਨਾਵੇਂ ਦੁਖ ਪਾਵਣੀਆ। ਜੋ ਰੰਗ ਰਾਤੇ ਕਰਮ ਵਿਦਾਤੇ, ਗੁਰ ਸੇਵਾ ਤੇ ਜੁਗ ਚਾਰੇ ਜਾਤੇ। ਜਿਸਨੂੰ ਆਪ ਦੇ ਵਡਿਆਈ, ਹਰ ਕੇ ਨਾਮ ਵਸਾਵਣੀਆ। ਮਾਇਆ ਮੋਹ ਹਰ ਚੇਤੇ ਨਾਹੀ, ਜੰਪੁਰ ਬੱਧਾ ਦੁਖ ਸਹਾਹੀ। ਅੰਨਾ ਬੋਲਾ ਕੁਛ ਨਦਰ ਨ ਆਵੈ, ਮਨ ਮੁਖ ਪਾਪ ਪਚਾਵਣੀਆ। ਇੱਕ ਰੰਦ ਰਾਤੇ ਜੋ ਤੁਧ ਆਪ ਲਿਵ ਲਾਏ, ਪਾਏ ਭਗਤ ਤੇਰੇ ਮਨ ਨ ਪਾਏ। ਸਤਿਗੁਰ ਸੇਵਨ ਸਦਾ ਸੁਖ ਦਾਤਾ, ਸਭ ਇੱਛਾ ਆਪ ਪੁਜਾਵਣੀਆ। ਹਰ ਜਿਉ ਤੇਰੀ ਸਦਾ ਸਰਨਾਈ, ਆਪੇ ਬਖਸ਼ੇ ਦੇ ਵਡਿਆਈ। ਜਮ ਕਾਲ ਤਿਸ ਨੇੜ ਨ ਆਵੈ, ਜੋ ਹਰ ਹਰ ਨਾਮ ਧਿਆਵਣੀਆ। ਅਨ ਦਿਨ ਰਾਤੇ ਜੋ ਹਰ ਪਾਏ, ਮੇਰੇ ਪ੍ਰਭ ਮੇਲੇ ਮੇਲ ਮਿਲਾਏ। ਸਦਾ ਸਦਾ ਸੱਚੇ ਤੇਰੀ ਸਰਨਾਈ, ਤੂੰ ਆਪੇ ਸੱਚ ਬੁਝਾਵਣੀਆ। ਜਿਨ ਸੱਚ ਜਾਤਾ ਸੇ ਸੱਚ ਸਮਾਣੇ, ਹਰ ਗੁਣ ਗਾਵੇ ਸੱਚ ਵਖਾਣੇ। ਨਾਨਕ ਨਾਮ ਰਤੇ ਬੈਰਾਗੀ, ਨਿਜ ਘਰ ਤਾੜੀ ਲਾਵਣੀਆ। ਜਿਨ ਸੱਚ ਜਾਤਾ ਜੇ ਸੇ ਸੱਚ ਸਮਾਣੇ, ਹਰ ਗੁਣ ਗਾਵੇ ਸੱਚ ਵਖਾਣੇ। ਨਾਨਕ ਨਾਮ ਰਤੇ ਬੈਰਾਗੀ, ਨਿਜ ਘਰ ਤਾੜੀ ਲਾਵਣੀਆ। ਗੁਰੂ ਜੀ ਕਹਿੰਦੇ ਹਨ ਕਿ ਦ੍ਰਿਸ਼ਟਮਾਨ ਜਗਤ ਰੂਪ ਪਰਦੇ ਵਿੱਚ ਗੁਪਤ ਜਾਂ ਢਕਿਆ ਹੋਇਆ ਪਰਮਾਤਮਾ ਆਪ ਹੀ ਆਪ ਸਾਰੇ ਜਗਤ ਵਿੱਚ ਵਿਚਰ ਰਿਹਾ ਹੈ ਜੀ। ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਉਸ ਗੁਪਤ ਪ੍ਰਭੂ ਨੂੰ ਜਦੋਂ ਵੇਖ ਲਿਆ, ਤਦੋਂ ਉਹਨਾਂ ਦਾ ਮਨ ਉਸ ਦੇ ਪ੍ਰੇਮ ਰਸ ਵਿੱਚ ਭਿੱਜ ਗਿਆ ਹੈ ਜੀ। ਗੁਰ ਗਿਆਨ ਦੁਆਰਾ ਮਨ ਉਸ ਦੇ ਪ੍ਰਤੀ ਪਿਆਰ ਦੀ ਖਿੱਚ ਪੈਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮਾਇਆ ਦੀ ਤ੍ਰਿਸ਼ਨਾ ਛੱਡ ਕੇ ਉਹਨਾਂ ਗੁਰਮੁਖਾਂ ਨੇ ਆਤਮਕ ਅਟੋਲਤਾ ਦਾ ਆਨੰਦ ਹਾਸਲ ਕਰ ਲਿਆ ਹੈ। ਇੱਕ ਪਰਮਾਤਮਾ ਉਹਨਾਂ ਦੇ ਮਨ ਵਿੱਚ ਵਸ ਪਿਆ ਹੈ ਜੀ। ਗੁਰੂ ਗਿਆਨ ਦੁਆਰਾ ਤ੍ਰਿਸ਼ਨਾ ਦੀ ਅਗਨੀ ਸ਼ਾਂਤ ਹੋ ਗਈ ਹੈ, ਜਾਣੀ ਵਿਕਾਰਾਂ ਦੀ ਪਕੜ ਮਨ ਤੋਂ ਨਹੀਂ ਰਹਿੰਦੀ ਜੀ, ਮਨ 'ਤੇ ਨਹੀਂ ਰਹਿੰਦੀ ਜੀ। ਇੱਕੋ ਨੂੰ ਮਨ ਵਿੱਚ ਵਸਾਉਣ ਕਰਕੇ ਮਨ ਅੰਦਰ ਸੁੱਖ ਆ ਜਾਂਦਾ ਹੈ, ਜਾਣੀ ਹੁਕਮ ਵਿੱਚ ਤੁਰਦਾ ਹੈ ਜੀ। ਮੈਂ ਉਹਨਾਂ ਗੁਰਮੁਖਾਂ ਤੋਂ ਸਦਾ ਵਾਰੀ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਜਿਹੜੇ ਇੱਕ ਪਰਮਾਤਮਾ ਦੇ ਨਾਲ ਹੀ ਇੱਕ ਚਿੱਤ ਜੋੜਦੇ ਹਨ ਜੀ। ਗੁਰੂ ਦੀ ਸਿੱਖਿਆ ਲੈ ਕੇ ਜਿਨ੍ਹਾਂ ਗੁਰਮੁਖਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿੱਚ
ਟਿਕ ਗਿਆ ਹੈ ਉਹ ਸਦਾ ਤੇ ਰਹਿਣ ਵਾਲੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਸਦਾ ਲਈ ਰੰਗੇ ਗਏ ਹਨ ਜੀ। ਭਾਵ ਰੰਗੇ ਗਏ ਹਨ ਜੀ। ਰਹਾਓ ਭਾਵ ਮੈਂ ਉਸ ਗੁਰ ਗਿਆਨ ਦੀ ਮਿਲੀ ਹੋਈ ਮੱਤ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਹਿਰਦੇ ਅੰਦਰ ਉਸ ਇੱਕ ਦੀ ਪਰਮਾਤਮਾ ਦੀ ਸੋਝੀ ਦੇ ਦਿੱਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਪ੍ਰਭੂ ਇਹ ਜਗਤ ਕੁਰਾਹੇ ਪਿਆ ਹੋਇਆ ਹੈ ਪਰ ਇਸ ਦੇ ਕੀ ਵਸ, ਤੂੰ ਆਪ ਹੀ ਇਸ ਨੂੰ ਕੁਰਾਹੇ ਪਾਇਆ ਹੋਇਆ ਹੈ ਜੀ। ਭਾਵ ਜਗਤ ਨੇ ਇੱਕ ਤੋਂ ਵਿਸਰ ਕੇ ਦੂਜੇ ਦਾ ਲੋਭ ਅਖਤਿਆਰ ਕਰਤਾ ਹੋਇਆ ਹੈ ਜੀ। ਜਾਨੀ ਮਾਇਆ ਵਿੱਚ ਅੰਨਾ ਹੋ ਕੇ ਆਪਣਾ ਰਸਤਾ ਭੁੱਲਾ ਭਟਕ ਗਿਆ ਹੈ ਜੀ ਅਤੇ ਪਰਮਾਤਮਾ ਦੇ ਹੁਕਮ ਵਿੱਚ ਫਿਰ ਨਹੀਂ ਚੱਲਦਾ ਜੀ। ਭਟਕਣਾ ਦੇ ਕਾਰਨ ਪਿਆ ਹੋਇਆ ਜਗਤ ਸਦਾ ਹਰ ਵੇਲੇ ਭਟਕਦਾ ਫਿਰਦਾ ਹੈ ਤੇ ਤੇਰੇ ਨਾਮ ਤੋਂ ਖੁੰਝ ਕੇ ਦੁੱਖ ਸਹਾਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਜਿਹੜੇ ਗੁਰਮੁਖ ਮਸਤ ਰਹਿੰਦੇ ਹਨ ਉਹ ਗੁਰੂ ਦੀ ਦੱਸੀ ਸੇਵਾ ਦੇ ਕਾਰਨ ਸਦਾ ਲਈ ਪ੍ਰਸਿੱਧ ਹੋ ਜਾਂਦੇ ਹਨ ਜੀ। ਸਤਿਯੁਗ, ਤੇਤਰਾ, ਦੁਆਪਰਾ ਸਭ ਯੁਗਾਂ ਵਿੱਚ ਉਹ ਮੰਨੇ ਜਾਂਦੇ ਹਨ ਜੀ, ਪ੍ਰਵਾਨ ਹੋ ਜਾਂਦੇ ਹਨ ਜੀ। ਪਰ ਇਹ ਉਸਦੀ ਆਪਣੀ ਹੀ ਮਿਹਰ ਹੈ। ਪਰਮਾਤਮਾ ਆਪ ਹੀ ਜਿਸ ਗੁਰਮੁਖ ਨੂੰ ਇੱਜ਼ਤ ਦਿੰਦਾ ਹੈ ਉਹ ਗੁਰਮੁਖ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਹੜਾ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਕੇ ਪਰਮਾਤਮਾ ਨੂੰ ਚਿੱਤੇ ਨਹੀਂ ਰੱਖਦਾ ਉਹ ਆਪਣੇ ਕੀਤੇ ਕਰਮਾਂ ਦੇ ਵਿਕਾਰਾਂ ਦਾ ਬੱਝਾ ਹੋਇਆ ਜਮ ਦੀ ਨਗਰੀ ਵਿੱਚ ਆਤਮਕ ਮੌਤ ਦੇ ਕਾਬੂ ਵਿੱਚ ਆਇਆ ਹੋਇਆ ਦੁੱਖ ਸਹਾਰਦਾ ਹੈ ਜੀ। ਭਾਵ ਮਾਇਆ ਦੇ ਬਣਾਏ ਹੋਏ ਕਾਲ ਵਿੱਚ ਜਾਣੀ ਸਮੇਂ ਵਿੱਚ ਫਸ ਜਾਂਦਾ ਹੈ। ਮਨ ਟਿਕ ਨਹੀਂ ਸਕਦਾ ਕਿਉਂਕਿ ਵਿਕਾਰਾਂ ਵਿੱਚ ਵਸਿਆ ਹੋਇਆ ਹੈ ਜਿਸ ਕਰਕੇ ਉਹ ਮਨਮੁਖ ਦੁੱਖ ਸਹਾਰਦੇ ਹਨ ਜੀ। ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਉਹ ਮਨਮੁਖ ਪਰਮਾਤਮਾ ਦੀ ਸਿਫਤ ਸਲਾਹ ਸੁਣਨ ਤੋਂ ਅਸਮਰੱਥ ਰਹਿੰਦਾ ਹੈ ਜੀ। ਮਾਇਆ ਤੋਂ ਬਿਨਾਂ ਉਸ ਨੂੰ ਹੋਰ ਕੁਝ ਵੀ ਨਹੀਂ ਦਿਸਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨਮੁਖ ਪਾਪ ਵਾਲੇ ਜੀਵਨ ਵਿੱਚ ਹੀ ਸੜਦੇ ਰਹਿੰਦੇ ਹਨ ਜੀ। ਭਾਵ ਇਹ ਮਨਮੁਖ ਦੀ ਦਸ਼ਾ ਬਣ ਜਾਂਦੀ ਹੈ। ਅਗਿਆਨਤਾ ਦੇ ਕਰਕੇ ਉਹ ਕੁਰਾਹੇ ਪਿਆ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਪ੍ਰਭੂ ਜਿਨ੍ਹਾਂ ਗੁਰਮੁਖਾਂ ਨੂੰ ਤੂੰ ਆਪਣੇ ਨਾਮ ਦੀ ਲਗਨ ਲਾਈ ਹੈ ਉਹ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਜੀ ਅਤੇ ਤੇਰੇ ਚਰਨਾਂ ਨਾਲ ਪ੍ਰੇਮ ਦੇ ਕਾਰਨ ਤੇਰੀ ਭਗਤੀ ਦੇ ਕਾਰਨ ਉਹ ਤੈਨੂੰ ਤੇਰੇ ਮਨ ਵਿੱਚ ਪਿਆਰੇ ਲੱਗਦੇ ਹਨ ਜੀ। ਉਹ ਗੁਰਮੁਖ ਆਤਮਕ ਆਨੰਦ ਦੇਣ ਵਾਲੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਸ ਦੇ ਦੱਸੇ ਰਸਤੇ ਤੇ ਚੱਲਦੇ ਹਨ। ਹੇ ਪ੍ਰਭੂ ਤੂੰ ਆਪ ਉਹਨਾਂ ਦੀ ਹਰ ਇੱਕ ਇੱਛਾ ਪੂਰੀ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਪ੍ਰਭੂ ਜੀ ਮੈਂ ਤੇਰਾ ਸਦਾ ਹੀ ਆਸਰਾ ਤੱਕਦਾ ਹਾਂ ਜੀ। ਤੂੰ ਜੀਵਾਂ ਨੂੰ ਵਡਿਆਈ ਦੇ ਕੇ ਆਪ ਹੀ ਬਖਸ਼ਿਸ਼ ਕਰਦਾ ਹੈ ਜੀ। ਹੇ ਭਾਈ ਜੋ ਗੁਰਮੁਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ ਆਤਮਕ ਮੌਤ ਉਸ ਦੇ ਨੇੜੇ ਨਹੀਂ ਟੁੱਕ ਸਕਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ
ਕਿ ਜਿਹੜੇ ਗੁਰਮੁਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ਉਹ ਹਰ ਵੇਲੇ ਹਰ ਰੋਜ਼ ਉਸਦੇ ਪ੍ਰੇਮ ਵਿੱਚ ਮਸਤ ਰਹਿੰਦੇ ਹਨ ਜੀ। ਮੇਰੇ ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ, ਆਪਣੇ ਚਰਨਾਂ ਵਿੱਚ ਜੋੜ ਲਿਆ ਹੈ ਜੀ। ਹੀ ਸਦਾ ਸਥਿਰ ਰਹਿਣ ਵਾਲੇ ਪ੍ਰਭੂ, ਉਹ ਗੁਰਮੁਖ ਸਦਾ ਹੀ ਸਦਾ ਤੇਰਾ ਹੀ ਪੱਲਾ ਫੜੀ ਰੱਖਦੇ ਹਨ। ਤੂੰ ਆਪ ਹੀ ਉਹਨਾਂ ਨੂੰ ਆਪਣੇ ਸਦਾ ਸਥਿਰ ਨਾਮ ਦੀ ਸੂਝ ਬਖਸ਼ਦਾ ਹੈ ਜੀ। ਭਾਵ ਆਪੇ ਹੁਕਮ ਬੁੱਝਣ ਦੀ ਸਮਰੱਥਾ ਬਖਸ਼ਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਗੁਰਮੁਖਾਂ ਨੇ ਸਦਾ ਸਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੈ ਉਹ ਸਦਾ ਸਥਿਰ ਪ੍ਰਭੂ ਦੀ ਯਾਦ ਵਿੱਚ ਲੀਨ ਰਹਿੰਦੇ ਹਨ ਜੀ। ਉਹ ਸਦਾ ਸਥਿਰ ਪ੍ਰਭੂ ਦਾ ਨਾਮ ਉਚਾਰ ਕੇ ਸਦਾ ਉਸਦੇ ਗੁਣ ਗਾਨ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਨਾਨਕ, ਜਿਹੜੇ ਗੁਰਮੁਖ ਪਰਮਾਤਮਾ ਦੇ ਨਾਮ ਵਿੱਚ ਰੰਗੇ ਰਹਿੰਦੇ ਹਨ ਉਹ ਮਾਇਆ ਦੇ ਮੋਹ ਵੱਲੋਂ ਉਪਰਾਮ ਹੋ ਜਾਂਦੇ ਹਨ। ਉਹ ਬਾਹਰ ਮਾਇਆ ਦੇ ਪਿੱਛੇ ਭਟਕਣਾ ਦੀ ਥਾਂ ਆਪਣੇ ਹਿਰਦੇ ਵਿੱਚ ਟਿਕੇ ਰਹਿੰਦੇ ਹਨ ਜੀ। ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਦੱਸਦੇ ਹਨ ਕਿ ਹਉ ਵਾਰੀ ਜਿਉ ਵਾਰੀ ਇਕ ਸਿਉ ਚਿਤ ਲਾਵਣੀਆਂ, ਗੁਰਮਤਿ ਮਨ ਇਕੱਤ ਕਰ ਆਇਆ, ਸੱਚੇ ਰੰਗ ਰੰਗਾਵਣੀਆਂ। ਮੈਂ ਉਸ ਗੁਰ ਗਿਆਨ ਗੁਰੂ ਦੀ ਮੱਤ ਤੋਂ ਸਦਕੇ ਜਾਂਦਾ ਹਾਂ, ਜਿਸ ਕਰਕੇ ਹਿਰਦੇ ਅੰਦਰ ਉਸ ਇੱਕ ਦੀ ਸੋਝੀ ਦੇ ਦਿੱਤੀ ਹੈ ਜੀ। ਉਹ ਸੋਝੀ ਕੀ ਹੈ? ਉਹ ਸੋਝੀ ਇਹ ਹੈ ਕਿ ਉਹ ਇੱਕ ਪਰਛੰਨਾ ਹੈ, ਭਾਵ ਉਹ ਗੁਪਤ ਹੈ ਅਤੇ ਹਿਰਦੇ ਵਿੱਚ ਵਸਦਾ ਹੈ। ਉਸ ਦਾ ਮਿਲਾਪ ਗੁਰਗਿਆਨ ਦੁਆਰਾ ਹੀ ਹੋ ਸਕਦਾ ਹੈ, ਕਿਉਂਕਿ ਇਹ ਬਾਹਰ ਦੀਆਂ ਇੰਦਰੀਆਂ ਦਾ ਵਿਸ਼ਾ ਨਹੀਂ ਹੈ ਜੀ। ਪਰ ਸੰਸਾਰ ਦਾ ਦੁਖਾਂਤ ਇਹੋ ਹੀ ਹੈ ਕਿ ਉਹ ਬਾਹਰ ਵੱਲ ਭਟਕਦਾ ਰਹਿੰਦਾ ਹੈ ਜੀ, ਜਿਸ ਕਰਕੇ ਆਪਣੇ ਅੰਦਰ ਦੇ ਮੂਲ ਤੋਂ ਨਿਖੜ ਗਿਆ ਹੈ ਜੀ ਅਤੇ ਆਪਣੇ ਸਰੋਤ ਤੋਂ ਟੁੱਟ ਗਏ ਹਨ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।